इस कक्षा ਨੂੰ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸੋਗ ਭਾਰਦਵਾਜ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ। ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕरें, शेयर करें ਤੇ ਘੰਟੀ ਦੇ ਬਟਨ ਨੂੰ ਪ੍ਰੈਸ करें। ਵਿਦਿਆਰਥੀਓ, ਜਿਉਂ ਕਿ ਪਹਿਲੇ ਵਾਲੀ ਕक्षा ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਦੱਸਿਆ ਸੀ। ਪਿੱਛੇ ਵਾਲੀ ਕक्षा ਵਿੱਚ ਸਾਡਾ ਟੌਪਿਕ ਸੀ पंडित दे पढ़ने पाए, पंडित दे पढ़ने पाए। ਇਹਦੇ ਬਾਰੇ मैंने ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ। ਮਹਿਤਾ ਕਾਲੂ ਜੀ ਕੀ ਹੋਇਆ ਸੀ, ਗੁਰੂ ਨਾਨਕ ਦੇਵ ਜੀ ਨੂੰ ਪੰਡਤ ਕੋਲ ਲੈ ਗਏ ਤਾਂ ਪੰਡਤ ਜੀ ਨੇ ਓਂਕਾਰ ਤੇ ਸੰਸਕ੍ਰਿਤ ਦੇ ਅੱਖਰ ਲਿਖ ਦਿੱਤੇ ਤੇ ਗੁਰੂ ਜੀ ਨੇ ਕੀ ਜਿਹਨੂੰ ਪੰਡਤ ਨੇ ਸੰਸਕ੍ਰਿਤ ਤੇ ਓਂਕਾਰ ਦੇ ਅੱਖਰ ਲਿਖ ਦਿੱਤੇ ਤਾਂ ਚੌਥੇ ਦਿਨ ਕੀ ਹੋਇਆ ਸੀ, ਗੁਰੂ ਜੀ ਨੂੰ ਕੀ ਕਿਹਾ, ਓਂਕਾਰ ਦੇ ਅਰਥ ਪੁੱਛੇ। ਗੁਰੂ ਜੀ ਨੂੰ ਕਿਸਨੇ, ਗੁਰੂ ਨਾਨਕ ਦੇਵ ਜੀ ਨੇ ਪੰਡਤ ਜੀ ਤੋਂ ਓਂਕਾਰ ਦੇ ਅਰਥ ਬਾਰੇ ਪੁੱਛਿਆ ਸੀ ਤਾਂ ਪੰਡਤ ਜੀ ਨੂੰ ਆਖਿਆ ਕਿ ਤੈਨੂੰ ਅਜੇ ਅਰਥਾਂ ਦੀ, ਉਹਨਾਂ ਨੇ ਕਿਹਾ ਕਿ ਤੈਨੂੰ ਅਰਥਾਂ ਦੀ ਅਜੇ ਕੀ ਪਛਾਣ ਸੀ। ਆਹ ਦੇਵ ਬਾਣੀ ਬੜੀ ਕਠਿਨ ਸੀ, ਆਹ ਦੇਵ ਬਾਣੀ ਬੜੀ ਕਠਿਨ ਹੈ। ਕਿਹਨੂੰ, ਪੰਡਤ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ। ਤਾਂ ਕੀ ਹੋਇਆ, ਉਹਦਾ ਹੰਕਾਰ ਤੋੜਨ ਲਈ ਗੁਰੂ ਜੀ ਨੂੰ ਕੀ ਕੀਤਾ ਸੀ, ਬਦਲੇ ਭਾਗਵਤ ਸੰਸਕ੍ਰਿਤ ਜੋ ਉਸਦੇ ਕੋਲ ਸੀ, मतलब पंडित जी कोल जो संस्कृत और भागवत थी उसके कोल सी, तो ऐसे अर्थ सुनाए कि उन्होंने भागवत ते संस्कृत दे ऐसे अर्थ सुनाए, ऐसे अखर ऐसे अर्थ सुनाए कि जिन्होंने सुन के पंडित जी हैरान हो गया और गुरु जी के चरण फड़ ले। की किया, गुरु जी के चरण फड़ ले। ये बाणी सुन के पंडित ने, मतलब गुरु नानक देव जी की बाणी सुन के पंडित जी ने की किया, उन्होंने पिता जी मਹਿਤਾ ਕਾਲੂ ने दसिया कि नानक किसी दे पढ़ाउण जोगा नहीं है। उन्होंने कहा इन्हों पढ़ाउण की लोड़ नहीं है, तुहाडा मुंडा इन्ना समझदार सी, इन्ना ज्ञानवान है, इन्हूं पढ़ाउण की लोड़ नहीं हैगी। तो किया, ਮਹਿਤਾ ਕਾਲੂ जी ने अपने गुरु नानक जी ਨੂੰ आखिया की किया सी कि जे तुसी किसी पास नहीं पढ़दा, उन्होंने कहा जी तुसी किसी दे कोल नहीं पढ़ना सी तो तू गਊਆਂ ਨੂੰ ਚਾਰਨ ਜਾਇਆ कर, कि गਊਆਂ ਨੂੰ ही ਚਾਰਨ ਜਾਇਆ कर। ਤਾਂ ਗੁਰੂ ਜੀ ਗਊ ਚਾਰਨ ਜਾਂਦਾ, तो गुरु जी गਊਆਂ ਨੂੰ ਚਾਰਨ ਜਾਂਦਾ ਸੀ। तो की ਹੋਇਆ ਸੀ, ਵੇਖੋ ਜੀ, तद सारे पाली संगत करके, मतलब गुरु नानक देव जी की संगत करके जिन्ने पाली से वो सारे सुधर गए। कि उन्होंने सोचा कि इन्ना ज्ञानवान एक महान पुरख तुहाडे कोल आया सी, उहदी संगत विच रह के किहड़ा पालियां दा भी उद्धार हो गया सी। होर की होया सी, हर वेले ज्ञान चर्चा सुनन विच लगे रहिंदे। अज दा साडा टॉपिक है जी किहड़ा, पैली हरी होगी, पैली हरी होगी। तो गुरु नानक देव जी जब अपने खेतों में गਊਆਂ ਨੂੰ ਚਾਰਨ ਲਈ ਜਾਂਦੇ, ਪੈਲੀ ਵਿੱਚ ਆਪਣੇ ਪਾਲੀਆਂ ਦੇ ਸਾਥ ਚਾਰਨ ਲਈ ਜਾਂਦੇ ਸੀ, ਉੱਥੇ ਕੀ ਹੋਇਆ ਸੀ ਅੱਜ ਦੀ ਕੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਉਹਦੇ ਬਾਰੇ ਦੱਸਾਂਗਾ। ਕੱਖਿਆ ਨੂੰ ਧਿਆਨ ਨਾਲ ਵੇਖੇ, ਸੁਣੇ ਤੇ ਮਿੱਤਰ ਪਿਆਰਿਆਂ ਨੂੰ ਗੁਰੂ ਨਾਨਕ ਦੇਵ ਜੀ ਜੀਵਨੀ ਬਾਰੇ ਦੱਸੇ। ਆਹ ਵੇਖੋ ਜੀ, ਸਾਡਾ ਅੱਜ ਦਾ ਟੌਪਿਕ ਹੈਗਾ ਪੈਲੀ ਹਰੀ ਹੋ ਗਈ। ਕੀ ਹੋਇਆ ਸੀ, ਵੇਖੋ ਜੀ, ਇੱਕ ਦਿਨ ਸਾਰੇ ਮੁੰਡੇ ਕਥਾ ਸੁਣ ਵਿੱਚ ਮਸਤ ਹੋ ਗਏ। ਇੱਕ ਦਿਨ ਕੀ ਹੋਇਆ ਸੀ, ਜਿਹਨੇ ਮੁੰਡੇ ਆਪਣੀ ਗਊਆਂ ਨੂੰ ਚਾਰਨ ਲਈ ਕਹੇ ਹੋਏ ਸੀ, ਤਾਂ ਕੀ ਹੋਇਆ ਸੀ ਬਈ, ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਥਾ ਸੁਣਾਉਣ ਲੱਗੇ। ਗੁਰੂ ਨਾਨਕ ਦੇਵ ਜੀ ਵਚਨ ਸੁਣ ਕੇ ਲੱਗੇ ਤਾਂ ਇਹਨੇ ਮਸਤ ਹੋ ਗਏ ਸੀ। ਉਹਨਾਂ ਨੂੰ ਆਪਣੇ ਡੰਗਰਾਂ ਦਾ ਧਿਆਨ ਨਹੀਂ ਰਿਹਾ ਕਿ ਡੰਗਰ ਕਿੱਥੇ ਗਏ ਸੀ, ਸਾਰੇ ਪਾਲਿਆਂ ਨੂੰ। ਨਾਲੇ ਗੁਰੂ ਨਾਨਕ ਦੇਵ ਜੀ ਨੂੰ ਵੀ ਆਪਣੀ ਗਈਆਂ ਬਾਰੇ ਕੁਝ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਗਈ ਸੀ। ਤਾਂ ਕੀ ਹੋਈ ਕਿ मस्त हो गई, सारा चोना जिन्ने भी डंगर थे सारे चोना, मतलब सारा चोना एक कणक की पैली विच जा पिया। मतलब जिन्ने डंगर थे सारे, एक पैली सी पैली, वो पैली विच की हुई जा पिया, पैली विच जा पिया ते सारी खेती खा ली। इन्ने डंगर थे, एक खेत विच जिन्नी पैली थी उहदे विच जा पिया, तो उन्होंने सारिਆਂ ਨੂੰ की किया भी ਉਹਦੀ ਜਿੰਨੀ थी सारी खेती खा ली। ਕਹਿੰਦੇ जो डंगरां ਨੂੰ, ਉਹ ਜਿਹੜੇ ਮੁੰਡੇ ਸੀ ਉਹ ਕਥਾ ਸੁਣ ਵਿੱਚ ਮਸਤ ਹੋ ਗਏ ਸੀ, ਗੁਰੂ ਨਾਨਕ ਦੇਵ ਜੀ ਦੇ ਕੋਲ ਪਏ ਹੋਏ ਸੀ, ਬੈਠੇ ਹੋਏ ਸੀ, ਪਏ ਸੀ। ਤਾਂ ਉਹ ਕੀ ਹੋਇਆ, ਉਹਨੂੰ ਪ੍ਰਵਚਨਾਂ ਨੂੰ ਸੁਣਨ ਲਈ, ਕਥਾ ਸੁਣ ਵਿੱਚ ਇੰਨੇ ਮਸਤ ਹੋ ਗਏ, ਉਹਨਾਂ ਨੂੰ ਪਤਾ ਨਹੀਂ ਲੱਗਿਆ ਸੀ ਕਿ ਉਹਦੇ ਡੰਗਰ ਕਿੱਥੇ ਗਏ ਸੀ। ਹੋਰ ਵੇਖੋ ਜੀ, ਖਾ ਲਈ ਤਾਂ ਪੈਲੀ ਵਾਲਾ ਜੱਟ जो खेत का मालक सी, जिन पैली का मालक जट, उन्होंने की किया, सारे मुंडियां नूं फड़ के, मतलब जिन्ने मुंडे थे उन्होंने सारियां नूं साथ नूं ने गुरु नानक देव जी नूं भी फड़ के सारियां नूं, उन मुंडियां दे नाल गुरु नानक देव जी भी सी, तो उन्होंने सारियां नूं फड़ के किदे कोल हाकम के पास लै गया।
ਤੇ ਹਰਜੇ ਦੀ ਪੁਕਾਰ ਕੀਤੀ। ਉਹਨੇ ਕੀ ਕਿਹਾ ਸੀ ਕਿ ਹਾਕਮ ਜੀ ਇਹ ਮੁੰਡਿਆਂ ਨੂੰ ਦੇ ਡੰਗਰਾਂ ਨੂੰ, ਇਹ ਮੁੰਡੇ ਜੋ ਡੰਗਰ ਲੈ ਕੇ ਪੈਲੀ ਵਿੱਚ ਗਏ ਸੀ, ਇਹਨਾਂ ਨੂੰ ਸਾਰੀ ਖੇਤੀ ਖਾ ਲਈ, ਸਾਡੀ ਪੈਲੀ ਵਿੱਚ ਕੁਝ ਨਹੀਂ ਛੱਡਿਆ ਸੀ, ਸਾਨੂੰ ਅਰਜਾਨੇ ਦੀ ਰਕਮ ਦਿੱਤੀ ਜਾਏ। ਆ ਪੁਕਾਰ ਕਿਹਨੂੰ ਹਾਕਮ ਨੇ, ਕਿਹਨੇ ਜੱਟ ਨੇ ਹਾਕਮ ਕੋਲ ਕੀਤੀ। ਉਹ ਸਾਰੇ ਮੁੰਡਿਆਂ ਨੂੰ ਫੜ ਕੇ ਹਾਕਮ ਕੋਲ ਲੈ ਗਿਆ ਸੀ। ਉਹਦੇ ਬਾਅਦ ਕੀ ਹੋਇਆ ਸੀ, ਪੁਕਾਰ ਕੀਤੀ ਤਾਂ ਬਾਬੇ ਜੀ ਨੂੰ ਆਖਿਆ, ਤਾਂ ਗੁਰੂ ਨਾਨਕ ਦੇਵ ਜੀ ਨੇ ਕੀ ਆਖਿਆ, ਇਸ ਦੀ ਪੈਲੀ ਢਿੱਠੀ ਜਾਵੇ, ਜੇ ਇਸ ਦੀ ਪੈਲੀ ਢਿੱਠੀ ਜਾਵੇ ਤੇ ਕੁਝ ਉਜੜਿਆ ਹੀ ਨਹੀਂ। ਤੁਮੇ ਇਹਨੂੰ ਕਹਾ ਕਿ ਇਹਦੀ ਪੈਲੀ ਵਿੱਚ ਜਦੋਂ ਕੁਝ ਉਜੜਿਆ ਹੀ ਨਹੀਂ ਅਤੇ ਇਹਦੀ ਪੈਲੀ ਜਿਵੇਂ ਪਹਿਲੇ ਵਾਲੀ ਸੀ ਉਹ ਵੀ ਉਹਦੇ ਬਾਅਦ ਵੀ ਐਵੇਂ ਹੈ, ਤਾਂ ਕੁਝ ਉਜੜਿਆ ਹੀ ਕੁਝ ਨਹੀਂ, ਤਾਂ ਇਹਨੂੰ ਅਰਜਾਨੇ ਦੀ ਰਕਮ ਕਿਉਂ ਦਿੱਤੀ ਜਾਏ। ਉਹਨੂੰ ਕਿ ਇਹਦੀ ਪੈਲੀ ਉਜੜੀ ਨਹੀਂ, ਦੀ ਪੈਲੀ ਢਿੱਟੀ ਜਾਵੇ, ਜੇ ਕੁਝ ਉਜੜਿਆ ਹੀ ਨਹੀਂ ਤਾਂ ਚੁੰਗੀ ਕਿਉਂ ਭਰੀਏ। ਉਹਨੂੰ ਕਹੇ ਇਹਦੀ ਪੈਲੀ ਵਿੱਚ ਜਦੋਂ ਕੁਝ ਉਜੜਿਆ ਹੀ ਨਹੀਂ ਤਾਂ ਇਹਨੂੰ ਚੁੰਗੀ ਕਿਉਂ ਭਰੀਏ। ਕਿਨੂੰ, ਗੁਰੂ ਨਾਨਕ ਦੇਵ ਜੀ ਨੂੰ ਆਹ ਗੱਲ ਕਿਨੂੰ ਹਾਕਮ ਦੇ ਕੋਲ ਦੱਸੀ, ਹਾਕਮ ਨੂੰ ਦੱਸੀ। ਤਾਂ ਕੀ ਹੋਇਆ, ਤਦ ਹਾਕਮ ਨੇ ਖੇਤ ਨੂੰ ਵੇਖਿਆ, ਕਿ ਹਾਕਮ ਨੇ ਰਾਜੇ ਨੇ ਪੈਲੀ ਨੂੰ ਵੇਖਿਆ ਤਾਂ ਖੇਤ ਵਿੱਚ ਕੋਈ ਨੁਕਸਾਨ ਨਹੀਂ ਸੀ, ਖੇਤ ਵਿੱਚ ਕੁਝ ਵੀ ਨਹੀਂ, ਕੁਝ ਨਹੀਂ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੀ ਮਹਿਮਾ ਬਾਰੇ ਜਿਹੜੀ ਮੈਂ ਅੱਜ ਦੀ ਕੱਖਿਆ ਵਿੱਚ ਮੈਂ ਤੁਹਾਨੂੰ ਮਹਿਮਾ ਬਾਰੇ, ਉਹਦੇ ਚਮਤਕਾਰਾਂ ਬਾਰੇ ਅੱਜ ਦੀ ਕੱਖਿਆ ਵਿੱਚ ਇੰਨਾ ਹੀ ਦੱਸਾਂਗਾ। ਕੱਲ੍ਹ ਨੂੰ ਫਿਰ ਮਿਲਾਂਗੇ ਨਵੀਂ ਕਲਾਸ ਵਿੱਚ ਤੇ ਨਵੇਂ ਟੌਪਿਕ ਦੇ ਨਾਲ। ਅੱਜ ਦੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ। ਪਿੰਡ ਦੀ ਲਾਈਵ ਤੇ ਮਾਂ ਬੋਲੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ, ਸ਼ੇਅਰ ਕਰਨਾ ਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ। ਅੱਜ ਦੀ ਕੱਖਿਆ ਵੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।